ਜਿੰਨੇ ਵੀ ਜਗਿਆਸੂ ਗੁਰੂ ਦਰ ਤੇ ਆਉਂਦੇ ਨੇ, ਆਪਣੀ ਆਪਣੀ ਯਥਾ ਸ਼ਕਤੀ ਅਨੁਸਾਰ ਕੋਈ ਗੁਰੂ ਕੀ ਗੋਲਕ ਵਿੱਚ ਭੇਟਾ ਪਾਉਂਦਾ ਹੈ, ਕੋਈ ਗੁਰੂ ਕੇ ਲੰਗਰਾਂ ਵਾਸਤੇ ਰਸਤ ਬਸਤ ਵੀ ਲੈ ਕੇ ਆਉਂਦਾ ਹੈ, ਕੋਈ ਗੁਰੂ ਕੀਆਂ ਬਣ ਰਹੀਆਂ ਇਮਾਰਤਾਂ ਵਾਸਤੇ ਵੀ ਆਪਣੀ ਕਿਰਤ ਕਮਾਈ ਵਿੱਚੋਂ ਕੁਝ ਨਾ ਕੁਝ ਦਿੰਦਾ ਹੈ। ਇਹ ਜਿਹੜੀਆਂ ਭੇਟਾਵਾਂ ਨੇ ਇਹ ਅੱਜ ਤੋਂ ਨਹੀਂ ਬਲਕਿ ਸ਼ੁਰੂ ਤੋਂ ਹੀ ਗੁਰਦੇਵ ਪਿਤਾ ਜੀ ਦੇ ਸਮੇਂ ਵੀ ਗੁਰੂ ਕੀਆਂ ਪਿਆਰੀਆਂ ਸੰਗਤਾਂ ਆਪਣੀ ਕਿਰਤ ਕਮਾਈ ਵਿੱਚੋਂ ਇਹ ਭੇਟਾਵਾਂ ਗੁਰੂ ਦੇ ਦਰ ਤੇ ਲਿਆ ਕੇ ਰੱਖਦੀਆਂ ਸਨ। ਤੇ ਜਿਹੜੇ ਗੁਰੂ ਕੇ ਕਾਰਜ ਚੱਲਦੇ ਨੇ, ਅੱਜ ਵੀ ਜਿਸ ਸਥਾਨ ਤੇ ਆਪਾਂ ਬੈਠੇ ਹਾਂ ਗੁਰਦੁਆਰਾ ਸਾਹਿਬ, ਇੱਥੇ ਜੋ ਬਿਲਡਿੰਗ ਬਣੀ ਹੈ, ਆ ਜੋ ਵੀ ਇੱਥੇ ਲੰਗਰ ਪਾਣੀ ਇਤਿਆਦ ਹੋਰ ਜੋ ਵੀ ਪ੍ਰਚਾਰਕ ਸੱਜਣ ਇੱਥੇ ਗੁਰੂ ਕੇ ਕੀਰਤਨੀਆਂ ਜਾਂ ਜੋ ਵੀ ਇਹ ਸਾਰਾ ਕੁਝ ਆਪ ਸੰਗਤਾਂ ਦੀ ਦਿੱਤੀ ਹੋਈ ਧਰਮ ਦੀ ਕਿਰਤ ਕਮਾਈ ਵਿੱਚੋਂ ਹੀ ਇਹ ਚੱਲਦਾ ਹੈ। ਆਪਾਂ ਸਾਰੇ ਜਾਣਦੇ ਹਾਂ ਕਿ ਇੱਕ ਵਾਰੀ ਅਕਬਰ ਬਾਦਸ਼ਾਹ ਜਦੋਂ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਚੱਲ ਕੇ ਆਇਆ ਸੀ, ਉਸ ਨੇ ਆਪਣੀ ਇੱਛਾ ਪ੍ਰਗਟ ਕੀਤੀ ਸੀ ਕਿ ਮੈਂ ਆਪਣੇ ਵੱਲੋਂ ਕੁਝ ਜ਼ਮੀਨ ਜਾਇਦਾਦ ਜਿਹੜੀ ਹੈ ਗੁਰਦੁਆਰਾ ਸਾਹਿਬ ਜੀ ਦੇ ਤੁਹਾਡੇ ਨਾਮ ਲਗਾਉਣੀ ਚਾਹੁੰਦਾ ਹਾਂ। ਪਰ ਧੰਨ ਗੁਰੂ ਅਮਰਦਾਸ ਸਾਹਿਬ ਪਿਤਾ ਜੀ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਸੀ ਤੇ ਆਖਿਆ ਸੀ ਵੀ ਇਹ ਤੇ ਗੁਰਸਿੱਖਾਂ ਦੀ ਜੋ ਧਰਮ ਦੀ ਕਿਰਤ ਕਮਾਈ ਵਿੱਚੋਂ ਜਿੰਨਾ ਵੀ ਕੁਝ ਦਿੰਦਾ ਹੈ, ਜਿੰਨੀ ਯਥਾ ਸ਼ਕਤੀ ਹੈ, ਇਹ ਉਹਦੇ ਨਾਲ ਹੀ ਗੁਰੂ ਕੇ ਲੰਗਰ ਚੱਲਦੇ ਨੇ, ਸਭ ਕੁਝ ਹੈ। ਇੱਥੇ ਤੇ ਗੁਰੂ ਕੀਆਂ ਸੰਗਤਾਂ ਜੋ ਦਿੰਦੀਆਂ ਨੇ ਉਹ ਗੁਰੂ ਕਾ ਲੰਗਰ, ਗੁਰੂ ਕੀਆਂ ਇਮਾਰਤਾਂ, ਸਭ ਕੁਝ ਗੁਰੂ ਕਾ ਹੀ ਅਖਵਾਉਂਦਾ ਹੈ। ਕਿਉਂ? ਕਿਉਂਕਿ ਜੋ ਵੀ ਉਹ ਦਿੰਦੇ ਨੇ ਉਹ ਸਮਝਦੇ ਨੇ ਇਹ ਗੁਰੂ ਦੀਆਂ ਦਿੱਤੀਆਂ ਦਾਤਾਂ ਵਿੱਚੋਂ ਹੀ ਮੈਂ ਕੁਝ ਦਿੱਤਾ ਹੈ। ਇਸ ਵਾਸਤੇ ਇੱਥੇ ਅਕਬਰ ਕਾ ਲੰਗਰ ਨਹੀਂ ਜਾਂ ਕਿਸੇ ਹੋਰ ਦਾ ਲੰਗਰ ਨਹੀਂ, ਇੱਥੇ ਤਾਂ ਕੇਵਲ ਗੁਰੂ ਕਾ ਲੰਗਰ ਹੀ ਚੱਲਦਾ ਹੈ। ਤੇ ਆਪਾਂ ਹੋਰ ਵੀ ਇਤਿਹਾਸ ਵੱਲ ਝਾਤ ਮਾਰੀਏ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਵੱਡੇ ਭਰਾਤਾ ਬਾਬਾ ਪ੍ਰਿਥੀ ਚੰਦ ਨੇ ਜਦੋਂ ਗੁਰਦੇਵ ਪਿਤਾ ਜੀ ਦੇ ਨਾਲ ਈਰਖਾ ਕੀਤੀ, ਵੈਰ ਵਿਰੋਧ ਕੀਤਾ, ਇੱਥੋਂ ਤੱਕ ਵੈਰ ਵਿਰੋਧ ਉਹਨਾਂ ਨੇ ਕੀਤਾ ਕਿ ਜਿਹੜੀਆਂ ਸੰਗਤਾਂ ਗੁਰੂ ਦਰਬਾਰ ਵਾਸਤੇ ਕੁਝ ਰਸਦ ਬਸਤ ਲੈ ਕੇ ਆਉਂਦੀਆਂ ਸਨ, ਉਹ ਵੀ ਰਸਤੇ ਵਿੱਚੋਂ ਉਹਨੇ ਕਿਸੇ ਢੰਗ ਤਰੀਕੇ ਨਾਲ ਲੈ ਲੈਣੀ ਤੇ ਲੰਗਰ ਛਕਣ ਵਾਸਤੇ ਗੁਰੂ ਅਰਜਨ ਦੇ ਪਿਤਾ ਜੀ ਦੇ ਦਰਬਾਰ ਵਿੱਚ ਸੰਗਤਾਂ ਨੂੰ ਭੇਜ ਦੇਣਾ। ਪਰ ਸਮਾਂ ਪਾ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ, ਸਤਿਕਾਰਯੋਗ ਬਾਬਾ ਬੁੱਢਾ ਜੀ, ਇਹਨਾਂ ਨੇ ਜਦੋਂ ਸੰਗਤਾਂ ਨੂੰ ਸਮਝਾਇਆ, ਸੰਗਤਾਂ ਨੂੰ ਸਮਝ ਆਈ ਤੇ ਫਿਰ ਉਹ ਸਾਰੀਆਂ ਭੇਟਾਵਾਂ ਜਿਹੜੀਆਂ ਨੇ ਗੁਰੂ ਦਰ ਤੇ ਪੁੱਜਣ ਲੱਗੀਆਂ। ਮੇਰੇ ਕਹਿਣ ਤੋਂ ਮੁਰਾਦ ਇਹ ਹੈ ਕਿ ਅਸੀਂ ਆਪਣੀ ਯਥਾ ਸ਼ਕਤੀ ਅਨੁਸਾਰ ਭੇਟਾਵਾਂ ਗੁਰੂ ਦੇ ਦਰ ਤੇ ਲਿਆ ਕੇ ਰੱਖਦੇ ਹਾਂ ਤੇ ਰੱਖਣੀਆਂ ਵੀ ਚਾਹੀਦੀਆਂ ਨੇ। ਗੁਰੂ ਕੀ ਗੋਲਕ ਵਿੱਚ ਮਾਇਆ ਪਾਉਣੀ ਇਹ ਆਸਾਨ ਹੈ, ਉਹਦੀ ਦਿੱਤੀ ਦਾਤ ਵਿੱਚੋਂ ਹੋਰ ਵੀ ਕੋਈ ਚੀਜ਼ ਭੇਟਾ ਰੱਖਣੀ ਬੜੀ ਆਸਾਨ ਹੈ। ਪਰ ਸਭ ਤੋਂ ਜਿਹੜੀ ਮੁਸ਼ਕਿਲ ਭੇਟਾ ਹੈ ਨਾ, ਜਿਸ ਦਾ ਅੱਜ ਜ਼ਿਕਰ ਕੀਤਾ ਹੈ ਮੇਰੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ, ਜਿੱਥੇ ਅਸੀਂ ਦੂਜੀਆਂ ਭੇਟਾਵਾਂ ਰੱਖਦੇ ਹਾਂ, ਕਿਤੇ ਗੁਰੂ ਕਿਰਪਾ ਕਰਨ, ਸਤਿਗੁਰੂ ਰਹਿਮਤ ਕਰ ਦੇਣ, ਸਾਨੂੰ ਕਿਤੇ ਇਹ ਵੀ ਭੇਟਾ ਰੱਖਣ ਦੀ ਜਾਚ ਆ ਜਾਏ। ਉਹ ਭੇਟਾ ਕਿਹੜੀ ਹੈ? ਇੱਕ ਅਸੀਂ ਜਪਜੀ ਸਾਹਿਬ ਜੀ ਦੀ ਜਦੋਂ ਚੌਥੀ ਪੌੜੀ ਪੜ੍ਹਦੇ ਆ ਨਾ, ਉਹਦੇ ਵਿੱਚ ਪਾਵਨ ਬਚਨ ਆਉਂਦੇ ਨੇ, ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ। ਨਾਲ ਹੀ ਅਗਲੀ ਪੰਕਤੀ, ਮੂੰਹੋਂ ਕੇ ਬੋਲਨ ਬੋਲੀਐ, ਜਿਤ ਸੁਣ ਧਰੇ ਪਿਆਰ।
ਉਹ ਕਿਹੜੀ ਭੇਟਾ ਰੱਖੀ ਜਾਵੇ ਕਿ ਉਹਦਾ ਸਾਨੂੰ ਦਰਬਾਰ ਦਿਸ ਪਵੇ। ਉਹ ਕਿਹੜੀ ਭੇਟਾ ਰੱਖੀ ਜਾਵੇ ਕਿ ਸਾਨੂੰ ਉਹ ਪਰਮਾਤਮਾ ਜਿਹੜਾ ਸਭਨਾ ਜੀਆਂ ਕਾ ਜੋ ਇੱਕ ਦਾਤਾ ਹੈ ਉਹ ਮੇਰੇ ਅੰਦਰ ਮੈਨੂੰ ਅਨੁਭਵ ਹੋ ਜਾਵੇ। ਉਹ ਕਿਹੜੀ ਭੇਟਾ ਹੈ? ਉਹ ਕਿਹੜੇ ਬੋਲ ਨੇ ਜਿਹੜੇ ਬੋਲੇ ਜਾਣ, ਜਿਹਦੇ ਸੁਣਨ ਦੇ ਨਾਲ ਉਹ ਪਿਆਰਾ ਮੈਨੂੰ ਪਿਆਰ ਕਰਨ ਲੱਗ ਪਵੇ। ਕੀ ਭੇਟਾ ਰੱਖੀਏ? ਤੇ ਮੇਰੇ ਸਤਿਗੁਰਾਂ ਨੇ ਇਹ ਨਹੀਂ ਕੇਵਲ ਸਵਾਲ ਕੀਤੇ ਨੇ ਤੇ ਜਵਾਬ ਕਿਤੇ ਹੋਰ ਪਾਸਿਓਂ ਲੱਭਦੇ ਫਿਰੇ, ਉਹ ਨਹੀਂ। ਗੁਰਬਾਣੀ ਅੰਦਰ ਇਹ ਤਰੀਕਾ ਵਰਤਿਆ ਗੁਰੂ ਸਾਹਿਬਾਨਾਂ ਨੇ, ਕਈ ਪੰਕਤੀਆਂ ਵਿੱਚ ਸਵਾਲ ਤੇ ਉਸ ਦਾ ਜਵਾਬ ਨਾਲ ਹੀ ਅਗਲੀਆਂ ਪੰਕਤੀਆਂ ਵਿੱਚ ਦੇ ਦਿੱਤਾ। ਤੇ ਮੇਰੇ ਪਾਤਸ਼ਾਹ ਜੀ ਨੇ ਜੋ ਬਖਸ਼ਿਸ਼ ਕੀਤੀ ਆਖਣ ਲੱਗੇ, ਪਿਆਰਿਆ ਭੇਟਾ ਕੀ ਰੱਖਣੀ ਹੈ? ਧਿਆਨ ਨਾਲ ਸੁਣੀ। ਅੰਮ੍ਰਿਤ ਵੇਲਾ। ਇੱਕ ਤਾਂ ਅੰਮ੍ਰਿਤ ਵੇਲਾ ਅਸੀਂ ਜੋ ਸਮਝਦੇ ਹਾਂ, ਜੋ ਗੁਰਬਾਣੀ ਵਿੱਚ ਵੀ ਰਹਿਤ ਮਰਿਆਦਾ ਵਿੱਚ ਹੀ ਦੱਸਿਆ ਗਿਆ, ਪਹਿਰ ਰਾਤ ਰਹਿੰਦੇ ਜਾਗਣਾ। ਜਦੋਂ ਸੂਰਜ ਛਿਪਦਾ ਹੈ ਤੇ ਸੂਰਜ ਚੜ੍ਹਨ ਤੱਕ, ਇਹਨੂੰ 4 ਹਿੱਸਿਆਂ ਵਿੱਚ ਡਿਵਾਈਡ ਕਰ ਲਓ। ਜਿਹੜਾ ਅਖੀਰਲਾ ਹਿੱਸਾ ਹੈ ਉਹ ਅੰਮ੍ਰਿਤ ਵੇਲਾ ਹੈ, 4 ਵਜੇ ਤੋਂ ਬਾਅਦ 3:30 ਵਜੇ ਤੋਂ ਬਾਅਦ ਦਿਨ ਚੜ੍ਹਨ ਤੋਂ ਪਹਿਲਾਂ ਵਾਲਾ ਅੰਮ੍ਰਿਤ ਵੇਲਾ। ਕਈਆਂ ਨੇ ਅੰਮ੍ਰਿਤ ਇਸ ਮਨੁੱਖਾ ਦੇਹ ਨੂੰ ਵੀ ਆਖਿਆ ਹੈ, ਚੇਤੇ ਰੱਖਿਓ। ਇਹ ਜੋ ਮਨੁੱਖਾ, ਜਿਵੇਂ ਸਾਰੇ ਵੇਲਿਆਂ ਵਿੱਚੋਂ ਅੰਮ੍ਰਿਤ ਵੇਲਾ ਬੜਾ ਚੰਗਾ ਹੈ, ਸਾਰੀਆਂ ਰੁੱਤਾਂ ਵਿੱਚੋਂ ਬਸੰਤ ਰੁੱਤ ਬੜੀ ਚੰਗੀ ਹੈ, ਸਾਰੀ ਬਨਸਪਤੀ ਵਿੱਚੋਂ ਚੰਦਨ ਦਾ ਬੂਟਾ ਬੜਾ ਉੱਤਮ ਹੈ। ਤੇ ਇਸੇ ਤਰ੍ਹਾਂ ਜਿੰਨੀਆਂ ਜੂਨਾਂ ਨੇ ਨਾ, ਉਹਨਾਂ ਜੂਨਾਂ ਵਿੱਚੋਂ ਸਾਰਿਆਂ ਵਿੱਚੋਂ ਸ੍ਰੇਸ਼ਟ ਹੈ ਤੇ ਉਹ ਮਨੁੱਖਾ ਜੂਨ ਹੈ। ਇਹ ਭੇਟਾ ਕਰਨੀ ਹੈ ਆਪਾਂ। ਇਹ ਤੇ ਭੇਟਾ ਮਨੁੱਖ ਕਰਦਾ ਕੀ ਨਹੀਂ। ਤੇ ਇੱਥੇ ਅੰਮ੍ਰਿਤ ਵੇਲਾ ਤੋਂ ਭਾਵ ਜੇ ਆਪਾਂ ਦੂਜੇ ਅੰਮ੍ਰਿਤ ਵੇਲੇ ਦੀ ਗੱਲ ਵੀ ਕਰ ਲਈਏ, ਹੁਣ ਅੰਮ੍ਰਿਤ ਵੇਲੇ ਉੱਠਦੇ ਤੇ ਬਹੁਤ ਨੇ ਕਈ, ਪਰ ਸਾਰੇ ਉੱਠ ਕੇ ਕੋਈ ਆਪਣੇ ਕਾਰੋ ਵਿਹਾਰ ਵਿੱਚ ਲੱਗ ਜਾਂਦਾ ਏ। ਕਿਸੇ ਨੇ ਟ੍ਰੇਨ ਪਕੜਨੀ ਹੈ, ਕਿਸੇ ਨੇ ਬੱਸ ਲੈਣੀ ਹੈ, ਕਿਸੇ ਨੇ ਐਰੋਪਲੇਨ ਪਕੜਨਾ ਗਏ, ਆਪਣੇ ਆਪਣੇ ਕੰਮ ਕਾਜਾਂ ਵਿੱਚ ਸਾਰੇ ਉੱਠਦੇ ਨੇ, ਸਭ ਕਰਦੇ ਨੇ। ਪਰ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਉਹਦਾ ਸੱਚ ਨਾਉ ਵਡਿਆਈ ਵਿਚਾਰ, ਉਹਦੀਆਂ ਵਿਚਾਰਾਂ ਕਰਦੇ ਨੇ, ਉਹਦਾ ਨਾਮ ਜਪਦੇ ਨੇ, ਫਿਰ ਕੀ ਬਖਸ਼ਿਸ਼ ਹੁੰਦੀ ਹੈ? ਕਰਮੀ ਆਵੇ ਕੱਪੜਾ। ਇੱਥੇ ਇਹ ਕੱਪੜੇ ਦੀ ਗੱਲ ਨਹੀਂ ਕੀਤੀ ਗਈ। ਪਰਮਾਤਮਾ ਨੇ ਇਹ ਕੱਪੜਾ ਸਾਨੂੰ ਕਪਾਸ ਦਿੱਤੀ ਹੈ, ਉਸ ਕਪਾਸ ਤੋਂ ਅੱਗੇ ਫਿਰ ਆਪਾਂ ਧਾਗੇ ਬਣਦੇ ਨੇ, ਇਹਦੇ ਕੱਪੜੇ ਨੇ, ਰੇਸ਼ਮ ਦੇ ਕੱਪੜੇ ਨੇ, ਵੱਖ-ਵੱਖ ਤਰ੍ਹਾਂ ਦੇ ਕੱਪੜੇ ਨੇ। ਪਰ ਇੱਥੇ ਜਿਸ ਕੱਪੜੇ ਦਾ ਜ਼ਿਕਰ ਕੀਤਾ ਗਿਆ ਹੈ, ਉਹ ਕੱਪੜਾ ਜੇ ਸਿਫਤ ਸਲਾਹ ਰੂਪੀ ਕੱਪੜਾ। ਕਰਮੀ ਆਵੇ ਕੱਪੜਾ, ਉਹਦੀ ਮਿਹਰ ਨਾਲ, ਉਹਦੀ ਬਖਸ਼ਿਸ਼ ਨਾਲ ਇਹ ਸਿਫਤ ਸਲਾਹ ਰੂਪੀ ਕੱਪੜਾ ਮਿਲਦਾ ਏ। ਤਾਂ ਹੀ ਤੇ ਆਪਾਂ ਬਚਨ ਪੜ੍ਹਦੇ ਹਾਂ, ਪ੍ਰੇਮ ਪਟੋਲਾ ਤੈਂ ਸ਼ਹਿ ਦਿੱਤਾ ਢੱਕਣ ਕੂ ਪਤ ਮੇਰੀ। ਮੈਨੂੰ ਤੁਸੀਂ ਪ੍ਰੇਮ ਰੂਪੀ ਪਟੋਲਾ, ਪਟੋਲਾ ਰੇਸ਼ਮੀ ਕੱਪੜੇ ਨੂੰ ਕਹਿੰਦੇ ਨੇ, ਕਾਦੇ ਵਾਸਤੇ ਦਿੱਤਾ ਹੈ? ਇਹ ਕੱਪੜੇ ਨੇ ਸਾਡੇ ਤਨ ਦਾ ਨੰਗੇਜ ਕੱਜਿਆ। ਪਰਮਾਤਮਾ ਜੋ ਤੁਹਾਡੇ ਦਰ ਤੋਂ ਸਿਫਤਸਲਾ ਰੂਪੀ ਕੱਪੜਾ ਮਿਲਦਾ ਹੈ ਨਾ, ਉਹਦੇ ਨਾਲ ਮੇਰੇ ਪਾਪ ਕੱਜੇ ਜਾਂਦੇ ਨੇ। ਢੱਕਣ ਕੂ ਪਤ ਮੇਰੀ, ਦਾਨਾ ਬੀਨਾ ਸਾਈਂ ਮੈਂਡਾ, ਨਾਨਕ ਸਾਰ ਨਾ ਜਾਣਾ ਤੇਰੀ। ਤੈਨੇ ਸਿਮਰਨ ਹਬ ਕਿਚ ਲੱਦਮ, ਬਿਖਮ ਨਾ ਡਿਠਮ ਕੋਈ, ਜਿਸ ਪਤ ਰੱਖੈ ਸੱਚਾ ਸਾਹਿਬ, ਨਾਨਕ ਮੇਟ ਨਾ ਸਕੈ ਕੋਈ। ਅਸਲ ਵਿੱਚ ਸਿਫਤ ਸਲਾਹ ਰੂਪੀ ਕੱਪੜਾ ਜਿਹੜਾ ਹੈ ਨਾ, ਉਹ ਪ੍ਰਮਾਤਮਾ ਉਦੋਂ ਟੁੱਟ ਕੇ ਬਖਸ਼ਿਸ਼ ਕਰਦੇ ਨੇ। ਕਿੰਨਾਂ ਨੂੰ ਕਰਦੇ ਨੇ? ਅੱਜ ਦੇ ਪਾਵਨ ਅੰਮ੍ਰਿਤਮਈ ਬਚਨਾਂ ਦੇ ਜੋ 7ਵਾਂ ਪਦਾ ਕਹਿਣਾ, ਧੰਨ ਗੁਰੂ ਅਰਜਨ ਦੇਵ ਪਿਤਾ ਜੀ ਫਰਮਾ ਰਹੇ ਨੇ, ਮਨ ਤਨ ਅਰਪ ਧਰੀ ਹਰ ਆਗੈ। ਕੋਈ ਵੀ ਹੋਵੇ, ਭਾਵੇਂ ਉਹ ਕਿਸੇ ਵੀ ਜ਼ਾਤ ਨਾਲ ਸੰਬੰਧਿਤ ਹੋਵੇ, ਭਾਵੇਂ ਕਿਸੇ ਧਰਮ ਨਾਲ ਸੰਬੰਧਿਤ ਹੋਵੇ, ਇੱਕ ਸੱਚ ਜਾਣਿਓ। ਹਾਂ, ਅਸੀਂ ਇਹ ਮਾਨ ਨਾਲ ਕਹਿੰਦੇ ਹਾਂ ਕਿ ਗੁਰੂ ਨਾਨਕ ਸਾਡਾ ਹੈ, ਮੇਰਾ ਗੁਰੂ ਹੈ, ਮੇਰਾ ਪ੍ਰਭੂ ਹੈ। ਇਹ ਸਵੈ ਮਾਨ ਦੀਆਂ ਗੱਲਾਂ ਨੇ। ਇਹ ਨਹੀਂ ਕਿ ਮੇਰਾ ਕਹਿਣ ਦੇ ਨਾਲ ਉਹ ਕੇਵਲ ਮੇਰਾ ਹੀ ਹੋ ਗਿਆ। ਜਿਵੇਂ ਗੁਰੂ ਅਰਜਨ ਸਾਹਿਬ ਨੇ ਕਿਹਾ, ਤੂੰ ਮੇਰਾ ਪਿਤਾ,
ਤੂੰ ਹੈ ਮੇਰਾ ਮਾਤਾ। ਪਰ ਇਹਦਾ ਮਤਲਬ ਇਹ ਨਹੀਂ ਕਿ ਕੇਵਲ ਤੂੰ ਮੇਰਾ ਹੀ ਮਾਤਾ ਹੈ ਤੇ ਮੇਰਾ ਹੀ ਪਿਤਾ ਹੈ, ਹੋਰ ਕਿਸੇ ਦਾ ਨਹੀਂ। ਇਹ ਪਿਆਰ ਦੀਆਂ ਆਪਣਤ ਦੀਆਂ ਗੱਲਾਂ ਨੇ। ਪਰ ਉਹ ਪਰਮਾਤਮਾ ਇੱਕ ਥਾਂ ਤੇ ਇਹ ਵੀ ਆਖਿਆ, ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਤੂੰ ਸਾਡਾ ਸਾਰਿਆਂ ਦਾ ਸਾਂਝਾ ਬਾਪ ਹੈ। ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਕਿਸੇ ਇਕੱਲੇ ਦੇ ਨਹੀਂ। ਭਾਈ ਗੁਰਦਾਸ ਜੀ ਨੇ ਤਾਂ ਹੀ ਕਿਹਾ, ਜ਼ਾਹਰ ਪੀਰ ਜਗਤ ਗੁਰ ਬਾਬਾ। ਲੋਕੀ ਕੋਈ 9 ਗਜੇ ਪੀਰ ਦੀ ਸਮਾਧ ਤੇ ਮੱਥੇ ਟੇਕਦਾ ਫਿਰਦਾ ਏ, ਕੋਈ ਕਿਸੇ ਪੀਰ ਅੱਗੇ ਸੀਸ ਨਿਵਾਉਂਦਾ ਫਿਰਦਾ ਏ। ਭਾਈ ਗੁਰਦਾਸ ਜੀ ਕਹਿੰਦੇ ਨੇ, ਮੈਂ ਤੈਨੂੰ ਦੱਸਾਂ, ਸਾਰਿਆਂ ਤੋਂ ਵੱਡਾ ਜ਼ਾਹਰਾ ਜ਼ਹੂਰ ਹਾਜ਼ਰਾ ਖਜੂਰ ਪੀਰ ਕਿਹੜਾ ਹੈ? ਉਹ ਪੀਰ ਹੈ। ਤੇ ਸਾਰੇ ਸੰਸਾਰ ਦਾ ਗੁਰੂ ਕਿਹੜਾ ਹੈ? ਕਿਉਂ ਸਾਰੇ ਸੰਸਾਰ ਦਾ ਗੁਰੂ ਆਖਿਆ? ਕਿਉਂ? ਇਸ ਕਰਕੇ ਕਿ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਜਿਹੜੀ ਹੈ ਉਹ ਸਾਰੇ ਸੰਸਾਰ ਵਾਸਤੇ ਹੈ। ਕੋਈ ਵੀ ਪ੍ਰਾਣੀ ਮਾਤਰ ਇਸ ਸਿੱਖਿਆ ਨੂੰ ਅਪਣਾ ਕੇ ਆਪਣਾ ਜੀਵਨ ਜਿਹੜਾ ਹੈ ਉਹ ਸੁਹੇਲਾ ਕਰ ਸਕਦਾ ਹੈ, ਆਪਣਾ ਜੀਵਨ ਸਫਲ ਕਰ ਸਕਦਾ ਹੈ। ਨਹੀਂ ਤੇ ਬਾਕੀ ਤੇ ਆਪਾਂ ਜਾਣਦੇ ਆ ਨਾ, ਧਾਰਮਿਕ ਜਿੰਨੇ ਵੀ ਪੁਸਤਕਾਂ ਸਨ, ਵੇਦ ਵੇਖ ਲਓ, ਸ਼ਾਸਤਰ ਵੇਖ ਲਓ, ਸ਼ੂਦਰ ਵਿਚਾਰਿਆਂ ਨੂੰ ਪੜ੍ਹਨ ਦੀ ਗੱਲ ਤੇ ਛੱਡੀ, ਉਹਨਾਂ ਨੂੰ ਸੁਣਨ ਦਾ ਵੀ ਅਧਿਕਾਰ ਨਹੀਂ ਸੀ। ਜੇ ਕਿਤੇ ਅਚਨਚੇਤ ਭੁਲੇਖੇ ਕਾਰਨ ਪਤਾ ਲੱਗ ਜਾਏ ਨਾ ਵੀ ਇਹਦੇ ਕੰਨਾਂ ਵਿੱਚ ਵੇਦਾਂ ਦਾ, ਸ਼ਾਸਤਰਾਂ ਦਾ ਮੰਤਰ ਚਲਾ ਗਿਆ ਹੈ, ਕਿਤੇ ਭੁਲੇਖੇ ਵਿੱਚ ਵੀ ਨਹੀਂ ਸੀ ਸੁਣਨਾ ਚਾਹੁੰਦਾ, ਅਚਨਚੇਤ ਸੁਣ ਲਿਆ, ਤੇ ਕਹਿੰਦੇ ਨੇ ਉਹਦੇ ਕੰਨਾਂ ਦੇ ਵਿੱਚ ਸਿੱਕਾ ਢਾਲ ਦਿੱਤਾ ਜਾਂਦਾ ਸੀ। ਤੇ ਗੁਰਬਾਣੀ ਪਤਾ ਕੀ ਕਹਿੰਦੀ ਹੈ? ਕਰਨ ਨਾ ਸੁਨਹੀ ਨਾਦ ਕਰਨ ਮੁੰਦ ਘਾਲਿਆ। ਜਿਹੜੇ ਕੰਨ ਪ੍ਰਮਾਤਮਾ ਦੇ ਸਿਫਤਸਲਾ ਵਾਲਾ ਮੰਤਰ ਨਹੀਂ ਨਾ ਸੁਣਦੇ, ਜਾਣੋ ਕਿ ਪ੍ਰਮਾਤਮਾ ਨੇ ਉਹਦੇ ਵਿੱਚ ਸਿੱਕਾ ਢਾਲਿਆ ਹੋਇਆ, ਉਹਨੂੰ ਬੰਦ ਕਰ ਦਿੱਤਾ ਹੋਇਆ ਹੈ। ਇੱਥੇ ਕੋਈ ਵੀ ਮਨੁੱਖ ਹੈ, ਭਾਵੇਂ ਉਹ ਕਿਸੇ ਮਜ਼ਹਬ ਦੇ ਨਾਲ ਸੰਬੰਧ ਰੱਖਦਾ ਹੈ, ਜੇ ਇਮਾਨਦਾਰੀ ਨਾਲ ਆ ਕੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਸਿੱਖਿਆ ਨੂੰ ਆ ਕੇ ਕਿਤੇ ਸੁਣੇ ਤੇ ਸਹੀ। ਕੋਈ ਗਾਵੇ, ਕੋ ਸੁਣੇ। ਕੋਈ ਇੱਥੇ ਕੋ ਸ਼ਬਦ ਵਰਤਿਆ, ਕੋਈ ਗਾਵੇ, ਕੋ ਸੁਨੇ। ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ, ਅੰਤ ਪਰਮ ਗਤ ਪਾਏ। ਕਹਿੰਦੇ ਕੋਈ ਸ਼ੰਕੇ ਵਾਲੀ ਗੱਲ ਰਹੀ ਕੋਈ ਨਹੀਂ ਜਾਂਦੀ। ਫਿਰ ਉਹਨੂੰ ਪਰਮ ਗਤ ਮੈਨੇ ਉੱਚੀ ਆਤਮਕ ਅਵਸਥਾ ਉਹਨੂੰ ਪ੍ਰਾਪਤ ਨਾ ਹੋ, ਇਹ ਕਿਵੇਂ ਹੋ ਸਕਦਾ ਹੈ? ਉਹ ਅਵਸਥਾ ਦਾ ਮਾਲਕ ਬਣ ਜਾਂਦਾ ਏ। ਤੇ ਪਾਚਕ ਨੇ ਜਿਸ ਨੇ ਵੀ ਆਪਣਾ ਮਨ ਤਨ ਅਰਪ ਧਰੀ, ਅਰਪਨ ਕਰ ਦਿੱਤਾ, ਭੇਟਾ ਕਰ ਦਿੱਤਾ। ਇੱਥੇ ਧਰੀ ਸ਼ਬਦ ਜਿਹੜਾ ਹੈ ਅਨ ਪੁਰਖ ਵਾਸਤੇ ਆਇਆ, ਥਰਡ ਪਰਸਨ ਵਾਸਤੇ। ਆਪਣੀ ਗੱਲ ਨਹੀਂ, ਫਸਟ ਪਰਸਨ ਉੱਤਮ ਪੁਰਖ ਦੀ ਗੱਲ ਨਹੀਂ, ਮੈਂ ਧਰਾਂ। ਜਿਸ ਨੇ ਵੀ ਇੱਥੇ ਮਨ ਤਨ ਅਰਪਨ ਕਰਕੇ ਪਰਮਾਤਮਾ ਦੇ ਅੱਗੇ ਰੱਖ ਦਿੱਤਾ, ਤੇ ਮੈਂ ਅਰਜ਼ ਕੀਤੀ ਸੀ, ਬਾਕੀ ਭੇਟਾਵਾਂ ਰੱਖਣੀਆਂ ਬੜਾ ਆਸਾਨ ਕੰਮ ਹੈ, ਪਰ ਜਿਹੜਾ ਮਨ ਤਨ ਅਰਪਨ ਕਰਨਾ ਕਹਿਣਾ, ਇਹ ਜਿਹੜਾ ਮੁਸ਼ਕਲ ਕੰਮ ਹੈ। ਅਸੰਭਵ ਤੇ ਨਹੀਂ, ਨਾਮੁਮਕਿਨ ਤੇ ਨਹੀਂ, ਵੀ ਨਹੀਂ ਹੋ ਸਕਦਾ। ਕਿਉਂਕਿ ਗੁਰਬਾਣੀ ਵਿੱਚ ਐਸੀ ਗੱਲ ਕੋਈ ਗੁਰੂ ਨੇ ਕਹੀ ਕੋਈ ਨਹੀਂ ਜਿਹੜੀ ਆਪਾਂ ਕਰ ਨਾ ਸਕਦੇ ਹੋਈਏ। ਐਸੀ ਕੋਈ ਗੱਲ ਸਿੱਖਿਆ ਨਹੀਂ ਦਿੱਤੀ ਜਿਹਨੂੰ ਕੋਈ ਸਿੱਖ ਕਮਾ ਨਾ ਸਕਦਾ ਹੋਵੇ। ਇਹ ਵੱਖਰੀ ਗੱਲ ਹੈ, ਉਹ ਕਮਾਉਣ ਤੋਂ ਕੰਨੀ ਕਤਰਾਉਂਦਾ ਹੋਵੇ ਕਿਸੇ ਕਾਰਨ ਵਸ। ਜਿਸ ਨੇ ਵੀ ਆਪਣਾ ਮਨ ਤਨ ਅਰਪਨ ਕਰ ਦਿੱਤਾ ਪਰਮਾਤਮਾ ਦੇ ਅੱਗੇ, ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਜਿਹਨੇ ਭੇਟ ਕਰ ਦਿੱਤਾ। ਇੱਕ ਹੋਰ ਮੈਂ ਆਪ ਜੀ ਦੇ ਨਾਲ ਬਚਨ ਸਾਂਝਾ ਕਰਾਂ। ਅਸੀਂ ਸਤਿਗੁਰੂ ਦੇ ਦਰ ਤੇ ਜਦੋਂ ਕੋਈ ਵੀ ਚੀਜ਼ ਰੱਖਦੇ ਹਾਂ, ਇਹਨੂੰ ਭੇਟਾ ਕਿਹਾ ਜਾਂਦਾ ਹੈ। ਅਸੀਂ ਇਹ ਨਹੀਂ ਕਹਿੰਦੇ ਮੈਂ ਦਾਨ ਦਿੱਤਾ ਹੈ, ਦਾਨ ਨਹੀਂ ਦਿੱਤਾ। ਦਾਨ ਦੇਣ ਵਾਲਾ ਤੇ ਇੱਕੋ ਹੀ ਕਰਤਾ ਅਕਾਲ ਪੁਰਖ ਵਾਹਿਗੁਰੂ ਜਾਂ ਸਤਿਗੁਰੂ ਆਪ ਨੇ। ਚੇਤੇ ਰੱਖਿਓ, ਦਾਨ ਉਹ ਦਿੰਦੇ ਨੇ, ਅਸੀਂ ਉਹਦੀਆਂ ਦਿੱਤੀਆਂ ਦਾਤਾਂ ਵਿੱਚੋਂ ਕੁਝ ਕੁ ਭੇਟਾ ਰੱਖਦੇ ਹਾਂ, ਤੇ ਆਪਣੇ ਆਪ ਨੂੰ ਅਸੀਂ ਦਾਨੀ ਨਹੀਂ ਅਖਵਾ ਸਕਦੇ। ਤੇ ਜੇ ਮੇਰੇ ਵਰਗਾ ਕੋਈ ਦਿੰਦਾ ਵੀ ਹੈ ਨਾ, ਤੇ ਇੱਥੇ ਖੈਰ ਸਾਰੇ ਤੇ ਨਹੀਂ ਇਹੋ ਜਿਹੇ ਹੋ ਸਕਦੇ,
ਪਰ ਗੁਰੂ ਨਾਨਕ ਸਾਹਿਬ ਪਿਤਾ ਜੀ ਜੋ ਆਸਾ ਕੀ ਵਾਰ ਵਿੱਚ ਬਚਨ ਕੀਤੇ ਨੇ ਨਾ, ਸਤੀਆਂ ਮਨ ਸੰਤੋਖ ਉਪਜੈ, ਦੇਣੈ ਕੈ ਵਿਚਾਰ, ਦੇ ਦੇ ਮੰਗਹਿ ਸਹਿਸਾ ਗੂਣਾ, ਸ਼ੋਭ ਕਰੈ ਸੰਸਾਰ। ਜੇ ਕਿਸੇ ਦੇ ਮਨ ਵਿੱਚ ਇੱਥੇ ਦੇਣ ਲਈ ਵਿਚਾਰ ਪੈਦਾ ਹੁੰਦੀ ਏ, ਦੇ ਵੀ ਦਿੰਦਾ ਏ, ਪਰ ਉਹ ਫਿਰ ਕਹਿੰਦਾ ਮੇਰੀ ਸ਼ੋਭਾ ਵੀ ਤੇ ਹੋਣੀ ਚਾਹੀਦੀ ਹੈ ਨਾ, ਲੋਕਾਂ ਨੂੰ ਪਤਾ ਤੇ ਲੱਗਣਾ ਚਾਹੀਦਾ ਨਾ ਮੈਂ ਕੁਝ ਦਿੱਤਾ ਹੈ। ਲੋਕਾਂ ਨੂੰ ਨਾ ਪਤਾ ਲੱਗੇ ਮੇਰੇ ਦੇਣ ਦਾ ਫਾਇਦਾ ਕੀ ਹੋਇਆ। ਫਿਰ ਕਹੀ ਜਾਂਦਾ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਗੁਰੂ ਕੇ ਪਿਆਰ ਵਾਲਿਓ, ਇੱਥੇ ਤੂੰ ਭੇਟਾ ਦਿੱਤੀ ਇਸ ਕਰਕੇ ਕਿ ਆਪਾ ਗਵਾਉਣ ਵਾਸਤੇ, ਤੇ ਤੂੰ ਆਪਾ ਪ੍ਰਗਟ ਕਰਨਾ ਸੀ ਇੱਥੇ। ਇੱਥੇ ਤੇ ਪ੍ਰਗਟ ਹੋਣੀ ਗੁਰੂ ਦੀ ਮੱਤ, ਗੁਰੂ ਦੀ ਵਿਚਾਰਧਾਰਾ, ਉਹ ਤੇ ਤੂੰ ਪ੍ਰਗਟ ਕੀਤੀ ਨਾ। ਇੱਥੇ ਆ ਕੇ ਵੀ ਆਪਣਾ ਆਪ ਤੂੰ ਪ੍ਰਗਟ ਕਰਦਾ ਰਿਹਾ। 94ਵੇਂ ਲੈਕਚਰ ਨਾ ਗਿਆਨੀ ਸੰਤ ਸਿੰਘ ਮਸਕੀਨ ਦੇ, ਉਹਨਾਂ ਨੇ ਇੱਕ ਹੱਡ ਬੀਤੀ ਦਾ ਜ਼ਿਕਰ ਕੀਤਾ ਹੈ। ਭੇਟਾ ਦੀ ਮੈਂ ਗੱਲ ਕਰ ਰਿਹਾ। ਉਹ ਕਹਿੰਦੇ ਨੇ ਕਿਸੇ ਗੁਰਦੁਆਰਾ ਸਾਹਿਬ ਵਿਖੇ ਬੈਠਾ ਮੈਂ ਪਾਠ ਕਰ ਰਿਹਾ ਸੀ, ਜਿਵੇਂ ਇੱਥੇ ਤਾਬਿਆ ਬਹਿ ਕੇ ਸਾਹਮਣੇ ਕੋਈ ਆ ਰਿਹਾ ਹੋਵੇ, ਬਜ਼ੁਰਗ ਸੀ ਕੋਈ। ਪਾਠ ਕਰਦਿਆਂ ਮੇਰਾ ਅਚਨਚੇਤ ਧਿਆਨ ਪੈ ਗਿਆ ਤੇ ਉਹਨਾਂ ਦੀ ਨਿਗਾਹ ਵੀ ਕਮਜ਼ੋਰ ਸੀ। ਮੈਨੂੰ ਲੱਗਾ ਜਿਵੇਂ ਕੋਈ ਉੱਥੇ ਚੀਜ਼ ਗਵਾਚ ਗਈ, ਲੱਭਦੇ ਪਏ ਹੋਣ ਕਿਤੇ। ਕਹਿੰਦੇ ਨੇ ਪਾਠ ਦੀ ਸਮਾਪਤੀ ਹੋਈ, ਮੈਂ ਮਿਲਿਆ ਉਹਨਾਂ ਨੂੰ, ਬਜ਼ੁਰਗੋ ਤੁਹਾਡਾ ਕੁਝ ਗਵਾਚ ਗਿਆ, ਤੁਸੀਂ ਕੁਝ ਲੱਭ ਰਹੇ ਸੀ। ਪਤਾ ਉਹਨਾਂ ਨੇ ਕੀ ਆਖਿਆ? ਆਖਣ ਲੱਗੇ ਇਸ ਗੁਰਦੁਆਰੇ ਦੇ ਪ੍ਰਬੰਧਕ ਕੁਝ ਸਮਾਂ ਪਹਿਲਾਂ ਮੇਰੇ ਘਰ ਗਏ ਸਨ ਤੇ ਉਹਨਾਂ ਨੇ ਗੁਰਦੁਆਰੇ ਵਾਸਤੇ ਕੁਝ ਮਾਇਆ ਆਖੀ ਸੀ, ਮੈਂ ਮਾਇਆ ਦਿੱਤੀ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਤੁਹਾਡੇ ਨਾਂ ਦਾ ਇੱਥੇ ਪੱਥਰ ਲਵਾ ਦੇਵਾਂਗੇ। ਮੈਂ ਆਪਣਾ ਨਾਮ ਲੱਭਦਾ ਫਿਰਦਾ, ਮੇਰੇ ਨਾਮ ਦਾ ਪੱਥਰ ਕਿੱਥੇ ਹੈ? ਗੁਰੂ ਕੇ ਪਿਆਰ ਵਾਲਿਓ, ਅਸੀਂ ਇੱਥੇ ਆ ਕੇ ਵੀ ਆਪਣੇ ਨਾਮ ਨੂੰ ਲੱਭਦੇ ਹਾਂ। ਜਿੱਥੇ ਆਪ ਗਵਾਈਏ ਤਾਂ ਸ਼ਹਿ ਪਾਈਏ, ਔਰ ਕੈਸੀ ਚਤੁਰਾਈ ਦੀ ਸਿੱਖਿਆ ਦਿੱਤੀ ਜਾਂਦੀ ਹੈ। ਅਸੀਂ ਤੇ ਆਮ, ਤੁਸੀਂ ਇੱਥੇ ਤੇ ਗੁਰੂ ਦੀ ਬੜੀ ਬਖਸ਼ਿਸ਼ ਹੈ। ਮੈਂ ਕਿਸੇ ਪੱਥਰ ਤੇ ਕਿਸੇ ਦਾ ਨਾਮ, ਜਾਂ ਕਿਸੇ ਪੱਖੇ ਦੇ ਪਰਦੇ ਉੱਤੇ ਕਿਸੇ ਦਾ ਨਾਮ, ਕਿਤੇ ਜਾ ਕੇ ਵੇਖੋ, ਇੰਡੀਆ ਵੀ ਤੁਸੀਂ ਜਾਂਦੇ ਹੋ, ਵਿਸ਼ੇਸ਼ ਤੌਰ ਤੇ ਧਾਰਮਿਕ ਸਥਾਨ ਸਾਡੇ ਫਤਿਹਗੜ੍ਹ ਸਾਹਿਬ ਚਲੇ ਜਾਓ, ਪੱਥਰ ਅੱਖਰਾਂ ਨਾਲ ਭਰੇ ਪਏ ਨੇ। ਧਾਰਮਿਕ ਸਥਾਨ, ਪੱਖਿਆਂ ਦੇ ਪਰ ਵੀ ਕਾਲੇ ਕੀਤੇ ਪਏ ਨੇ। ਇਹ ਤੇ ਹਉਮੈ ਨੂੰ ਪੱਠੇ ਪਾਉਣ ਵਾਲੀ ਗੱਲ ਹੈ। ਇਹ ਤੇ ਭੇਟਾ ਕਾਹਦੀ ਦਿੱਤੀ? ਇਹ ਤੇ ਆਪਣਾ ਆਪ ਪ੍ਰਗਟ ਕਰ ਦਿੱਤਾ। ਗੁਰੂ ਦੇ ਦਰ ਤੇ ਆ ਕੇ ਉਹ ਭੇਟਾ ਚੀਜ਼ ਸਾਨੂੰ ਕਰਨੀ ਚਾਹੀਦੀ ਹੈ ਜਿਹਦੇ ਨਾਲ ਸਾਡਾ ਆਪਾ ਗਵਾਚ ਜਾਏ, ਤੇ ਉਹ ਭੇਟਾ ਕਰਨੀ ਹੈ, ਉਹ ਹੈ ਮਨ। ਸਭ ਤੋਂ ਵੱਡੀ ਭੇਟਾ ਜਿਹੜੀ ਹੈ ਨਾ, ਉਹ ਗੁਰੂ ਦੇ ਦਰ ਤੇ ਮਨ। ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਰਾਜੇ ਸ਼ਿਵਨਾਭ ਕੋਲ ਸੰਗਲਾ ਦੀਪ ਦੀ ਧਰਤੀ ਤੇ ਪਹੁੰਚਦੇ ਨੇ, ਜਿਹਨੂੰ ਲਗਨ ਲੱਗੀ ਸੀ ਭਾਈ ਮਨਸੁਖ ਤੋਂ ਧੰਨ ਗੁਰੂ ਨਾਨਕ ਸਾਹਿਬ ਪਿਤਾ ਜੀ ਦੇ ਦਰਸ਼ਨਾਂ ਦੀ, ਜਿਹਦੇ ਮਨ ਵਿੱਚ ਚਾਹਨਾ ਜਾਗੀ ਸੀ ਕਿ ਜਿਹਦਾ ਸਿੱਖ ਇੰਨਾ ਮਹਾਨ ਉੱਚੇ ਜੀਵਨ ਵਾਲਾ ਏ, ਤੇ ਜਿਸ ਗੁਰੂ ਤੋਂ ਇਹਨੇ ਸਿੱਖਿਆ ਪ੍ਰਾਪਤ ਕੀਤੀ, ਉਹ ਗੁਰੂ ਕਿੱਡਾ ਮਹਾਨ ਹੋਵੇਗਾ। ਤਾਂਗ ਸੀ ਮਨ ਵਿੱਚ, ਤੇ ਭਾਈ ਮਨਸੁਖ ਨੇ ਕਿਹਾ ਸੀ, ਜੇ ਤੇਰੇ ਮਨ ਦੀ ਸੱਚੀ ਤਾਂਗ ਹੈ, ਮੇਰਾ ਗੁਰੂ ਤੈਨੂੰ ਆਪ ਇੱਥੇ ਆ ਕੇ ਦਿਦਾਰੇ ਦੇਵੇਗਾ। ਤੇ ਸਤਿਗੁਰੂ ਪਹੁੰਚੇ ਨੇ। ਪਤਾ ਲੱਗਾ ਜਦੋਂ ਪਹੁੰਚੇ, ਉਹਨੇ ਭੇਟਾ, ਰਾਜਾ ਸੀ ਨਾ, ਤੇ ਰਾਜੇ ਆਪਣੀਆਂ, ਜਿਵੇਂ ਰਾਜੇ ਕੋਲ ਜੋ ਚੀਜ਼ ਭੇਟਾ ਹੈ, ਹੀਰੇ ਮੋਤੀ ਜਵਾਹਰਾਤ ਕੀਮਤੀ ਲਾਲ, ਥਾਲ ਭਰ ਕੇ ਗੁਰੂ ਦੇ ਅੱਗੇ ਭੇਟਾ ਕੀਤੇ। ਗੁਰੂ ਆਖਣ ਲੱਗੇ ਇਹ ਚੀਜ਼ਾਂ ਮੇਰੇ ਕੰਮ ਦੀਆਂ ਨਹੀਂ, ਇਹ ਭੇਟਾ ਨਾ ਕਰ। ਜੇ ਭੇਟਾ ਕਰਨਾ ਆਪਣਾ ਮਨ ਭੇਟਾ ਕਰ। ਮਨ ਦਾ ਮਤਲਬ ਕੀ ਹੈ? ਮਨ ਕੋਈ ਸਾਡੇ ਸਰੀਰ ਦਾ ਸਥੂਲ ਹਿੱਸਾ ਨਹੀਂ, ਬਾਕੀ ਸਰੀਰ ਦੇ ਅੰਗਾਂ ਵਾਂਗੂ। ਮਨ ਵਿਚਾਰਾਂ ਦਾ ਸੰਗ੍ਰਹਿ ਹੈ। ਆਪਣੀਆਂ ਵਿਚਾਰਾਂ ਗੁਰੂ ਨੂੰ ਦੇ ਦੇ, ਆਪਣੀ ਮੱਤ ਤਿਆਗ ਦੇ, ਸਤਿਗੁਰ ਦੀ ਵਿਚਾਰਧਾਰਾ ਤੂੰ ਗ੍ਰਹਿਣ ਕਰ ਲੈ। ਆ ਜਦੋਂ ਆਪਾਂ ਮੱਥਾ ਟੇਕਦੇ ਹਾਂ, ਮੱਥੇ ਟੇਕਣ ਦਾ ਮਤਲਬ ਇਹ ਹੈ, ਸਤਿਗੁਰੂ ਮੇਰੀ ਮੱਤ ਲੈ ਲੈ ਤੇ ਮੈਨੂੰ ਆਪਣੀ ਮੱਤ ਦੇ ਦੇ। ਕੋਈ ਭੇਟਾ ਸੀ ਗੁਰੂ ਅੱਗੇ ਰੱਖੀ ਜਾਏ, ਮੁੜ ਕੇ ਚੁੱਕਦੇ ਕੋਈ ਨਹੀਂ। ਕੋਈ ਵੀ ਭੇਟਾ ਰੱਖ ਦਈਏ ਨਾ, ਪੈਸੇ, ਜੇ ਕੋਈ ਛੋਟਾ ਜਿਹਾ ਬੱਚਾ ਕਿਤੇ ਅਣਜਾਣ ਪੁਣੇ ਵਿੱਚ ਗੋਲਕ ਤੋਂ ਪੈਸੇ ਚੁੱਕ ਵੀ ਲਵੇ ਨਾ, ਤੇ ਉਹਦੇ ਮਾਤਾ ਪਿਤਾ ਝਿੜਕਦੇ ਨੇ, ਤੂੰ ਗੁਰੂ ਅੱਗੋਂ ਭੇਟਾ ਕਿਉਂ ਚੁੱਕੀ ਹੈ? ਝਿੜਕਦੇ ਨੇ, ਨਹੀਂ ਚੁੱਕਣੀ ਚਾਹੀਦੀ। ਉਹ ਫਿਰ ਲਿਆ ਕੇ ਰੱਖ ਦਿੰਦੇ ਨੇ। ਬੱਚੇ ਨੂੰ ਪਤਾ ਨਹੀਂ ਇਹ ਚੁੱਕਣੀ ਹੈ ਕਿ ਨਹੀਂ ਚੁੱਕਣੀ। ਪਰ ਕਦੀ ਗੁਰੂ ਕੇ ਪਿਆਰ ਵਾਲਿਓ, ਸਮੇਤ ਮੇਰੇ ਕਿਤੇ ਆਪਾਂ ਝਾਤ ਮਾਰ ਕੇ ਵੇਖੀਏ, ਕਿੰਨੀ ਵਾਰੀ ਗੁਰੂ ਨੂੰ ਮੱਥਾ ਟੇਕਿਆ, ਕਿੰਨੀ ਵਾਰੀ ਚੁੱਕਿਆ।
ਕਿੰਨੀ ਵਾਰੀ ਭੇਟ ਕੀਤਾ ਏ ਤੇ ਕਿੰਨੀ ਵਾਰੀ ਚੁੱਕਣ ਦੀ ਕੋਸ਼ਿਸ਼ ਕੀਤੀ। ਉਦੋਂ ਨਹੀਂ ਆਪਾਂ ਵੇਖਦੇ ਗੁਰੂ ਮੇਰਾ ਵੇਖਦਾ ਪਿਆ, ਮੈਂ ਅੱਜ ਸੀਸ ਭੇਟ ਕੀਤਾ ਫਿਰ ਚੁੱਕ ਲਿਆ, ਅੱਜ ਕਿਹਾ ਸੀ ਮੱਤ ਮੈਂ ਤੇਰੀ ਲਵਾਂਗਾ ਫਿਰ ਮੈਂ ਆਪਣੀ ਮੱਤ ਵਰਤਦਾ ਰਿਹਾ। ਉਸ ਵੇਲੇ ਖਿਆਲ ਕਿਉਂ ਨਹੀਂ ਆਉਂਦਾ? ਪਰ ਜਿਸ ਨੇ ਆਪਣਾ ਮਨ, ਆਪਣਾ ਧਨ, ਗੁਰੂ ਤਨ, ਆਪਣਾ ਗੁਰੂ ਅੱਗੇ ਤਨ ਵਿੱਚ ਸਾਰਾ ਕੁਝ ਆ ਜਾਂਦਾ ਜੇ। ਗੁਰੂ ਕੇ ਪਿਆਰ ਵਾਲਿਓ, ਤਨ ਵਿੱਚ ਸੀਸ ਵੀ ਆ ਜਾਂਦਾ ਹੈ, ਤਨ ਵਿੱਚ ਜਿੰਨੇ ਕਰਮ ਇੰਦਰੇ ਨੇ, ਗਿਆਨ ਇੰਦਰੇ ਸਾਰੇ ਆ ਜਾਂਦੇ ਨੇ। ਭਾਵ ਇੱਕ ਹੈ, ਜਿਨਨੇ ਆਪਣੀਆਂ ਵਿਚਾਰਾਂ, ਆਪਣਾ ਸਰੀਰ ਗੁਰੂ ਦੇ ਅਧੀਨ ਕਰ ਦਿੱਤਾ, ਆਪਣਾ ਆਪ ਸਿੱਖ ਨੇ ਗੁਰੂ ਦੇ ਹਵਾਲੇ ਕਰਨਾ ਹੈ। ਇਹ ਅੱਜ ਤੋਂ ਨਹੀਂ, ਮੁੜ ਤੋਂ ਹੀ ਐਸਾ ਚੱਲਦਾ ਆ ਰਿਹਾ ਹੈ। ਤੇ ਜਿਹੜਾ ਗੁਰੂ ਦੇ ਹਵਾਲੇ ਕਰ ਦਿੰਦਾ ਹੈ, ਅਸਲ ਵਿੱਚ ਉਹੀ ਗੁਰੂ ਕਾ ਸਿੱਖ ਹੈ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੁੜ ਚੋਟਾਂ ਖਾਵੇ। ਆਪਣਾ ਮਨ ਤੇ ਆਪਣਾ ਤਨ, ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਬਚਨ ਤੁਸੀਂ ਪੜ੍ਹਦੇ ਹੋ। ਆਵੋ ਸੰਤ ਪਿਆਰਿਓ, ਅਕਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ ਕੇਰੀ, ਕਿਤ ਦੁਆਰੇ ਪਾਈਐ। ਉਹ ਕਿਹੜਾ ਦੁਆਰਾ ਹੈ, ਕਿਸ ਰਾਹੀਂ ਉਹਨੂੰ ਪਾ ਸਕਦੇ ਹਾਂ? ਤੇ ਗੁਰੂ ਸਾਹਿਬ ਜੀ ਨੇ ਵੀ ਉੱਥੇ ਬਖਸ਼ਿਸ਼ ਕੀਤੀ, ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਐ ਪਾਈਐ। ਤਨ ਮਨ ਧਨ ਜਿੱਥੇ ਸੌਂਪ ਦੇਣਾ ਹੈ ਨਾ, ਉੱਥੇ ਨਾਲ ਗੁਰੂ ਦਾ ਹੁਕਮ ਵੀ ਮੰਨਣਾ ਹੈ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਕੇਵਲ ਤਨ ਮਨ ਧਨ ਜੇ ਮੈਂ ਕਵਾਂ, ਸਤਿਗੁਰੂ ਇਹ ਮਨ ਵੀ ਤੇਰਾ ਹੈ, ਇਹ ਤਨ ਵੀ ਤੇਰਾ ਹੈ, ਧਨ ਵੀ ਤੇਰਾ ਹੈ। ਤੇ ਯਾਦ ਰੱਖਿਓ, ਆਪਾਂ ਸਾਰੇ ਸਮਾਜ ਵਿੱਚ ਰਹਿੰਦੇ ਹਾਂ, ਲੈਣ ਦੇਣ ਵੀ ਕਰਦੇ ਹਾਂ, ਚੀਜ਼ਾਂ ਆਪਣੀਆਂ ਵੇਚਦੇ ਵੀ ਹਾਂ, ਦੂਜੇ ਨੂੰ ਦੂਸਰੇ ਦੀਆਂ ਖਰੀਦਦੇ ਵੀ ਹਾਂ। ਜਦੋਂ ਅਸੀਂ ਆਪਣੀ ਚੀਜ਼ ਕਿਸੇ ਨੂੰ ਵੇਚ ਦਿੰਦੇ ਆ ਨਾ, ਇੱਕ ਵਾਰੀ ਬੈਨਾਮਾ ਕਰ ਦਿੱਤਾ, ਰਜਿਸਟਰੀ ਕਰਵਾ ਦਿੱਤੀ, ਸਭ ਕੁਝ ਹੋ ਗਿਆ, ਇੰਤਕਾਲ ਲੈਣ ਵਾਲੇ ਦੇ ਨਾਂ ਹੋ ਗਈ, ਉਸ ਤੇ ਫਿਰ ਦੇਣ ਵਾਲੇ ਦਾ ਕੋਈ ਹੱਕ ਨਹੀਂ ਜੇ ਰਹਿ ਜਾਂਦਾ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ, ਜੀਓ ਪਿੰਡ ਸਭ ਤਿਸ ਦਾ, ਸਭ ਕਿਛ ਹੈ ਤੇਰਾ। ਇਹ ਸਭ ਕੁਝ ਉਸੇ ਦਾ, ਜੀਓ ਪਿੰਡ ਸਭ ਕੁਝ ਉਸੇ ਦਾ ਮੈਂ ਸਮਝ ਲਿਆ। ਕਿਉਂ? ਕਿਉਂਕਿ ਮੈਂ ਵੇਚ ਜੂ ਬੈਠਾ ਵਾਂ। ਤੇ ਜਿੰਨਾ ਚਿਰ ਇਹ ਮਨ ਤਨ ਵੇਚੀ ਬਹਿ ਕਰੀ, ਇਹ ਜਿੰਨਾ ਚਿਰ ਆਪਾਂ ਵੇਚਦੇ ਨਹੀਂ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਜਿਨਨੇ ਮਨ ਵੇਚ ਦਿੱਤਾ ਨਾ ਗੁਰੂ ਅੱਗੇ, ਆਪਣਾ ਤਨ ਅਰਪਣ ਕਰ ਦਿੱਤਾ, ਭੇਟ ਕਰ ਦਿੱਤਾ, ਤੇ ਸਤਿਗੁਰੂ ਗੁਰਦੇਵ ਪਿਤਾ ਜੀ ਬਖਸ਼ਿਸ਼ ਕਰਦੇ ਨੇ, ਉਹ ਫਿਰ ਜਨਮ ਜਨਮ ਕਾ ਸੋਇਆ ਜਾਗੈ। ਜਾਗੇ ਦਾ ਇੱਥੇ ਮਤਲਬ ਕੀ ਹੈ? ਜਾਗਦੇ ਤੇ ਆਪਾਂ ਵੀ ਹਾਂ। ਕੋਈ ਰਾਤੀ 6 ਘੰਟੇ ਸੌਂਦਾ ਹੈ, ਆਪਣੀ ਆਪਣੀ ਨੀਂਦ ਹੈ। ਬੱਚਾ ਬਹੁਤ ਸੌਂਦਾ ਹੈ, ਬੱਚੇ ਦੀ ਨੀਂਦ ਬਹੁਤ ਹੈ, 24 ਘੰਟਿਆਂ ਵਿੱਚੋਂ 20 ਘੰਟੇ ਸੌਂਦਾ ਹੈ। ਜਿਉਂ-ਜਿਉਂ ਉਮਰ ਵੱਧਦੀ ਜਾਂਦੀ ਹੈ, ਨੀਂਦ ਘਟਦੀ ਜਾਂਦੀ ਹੈ। ਬਜ਼ੁਰਗੀ ਵੀ ਜਾ ਕੇ ਬਹੁਤ ਘੱਟ ਸੌਂਦਾ ਹੈ। ਇਹ ਸੌਣਾ ਤੇ ਜਾਗਣਾ ਤੇ ਸਾਰਿਆਂ ਦੀ ਹੈ, ਨਾ ਕੋਈ ਸਦਾ ਸੁੱਤਾ ਰਹਿ ਸਕਦਾ। ਜਿੰਨਾ ਮਰਜ਼ੀ ਸੌਂ ਲੈ, ਆਖਰ ਨੂੰ ਜਾਗਣਾ ਹੀ ਪਵੇਗਾ। ਕਿੰਨਾ ਕੁ ਸੌਂ ਲਵੇਗਾ? ਜਾਗੇਗਾ, ਜਾਗਣਾ ਪਵੇਗਾ। ਪਰ ਜਿਸ ਜਾਗਣ ਦੀ ਇੱਥੇ ਸਤਿਗੁਰੂ ਨੇ ਗੱਲ ਕੀਤੀ ਹੈ ਨਾ, ਜਨਮ ਜਨਮ ਕਾ ਸੋਇਆ ਜਾਗੈ, ਸੁੱਤਾ ਪਿਆ ਸੀ। ਭਾਵ ਅਚੇਤਪਨ ਵਿੱਚ ਗਾਫਲ ਹੋ ਕੇ ਆਪਣਾ ਇਹ ਮਨੁੱਖਾ ਜਨਮ ਅਜਾਈਂ ਗਵਾਰਿਆ ਸੀ। ਜਾਗ ਲਹਿਰੇ ਮਨਾ ਜਾਗ ਲੈ, ਕਹਾ ਗਾਫਲ ਸੋਇਆ। ਇੱਥੇ ਮਨ ਜਾਗਣ ਦੀ ਗੱਲ ਕੀਤੀ ਹੈ। ਜਦੋਂ ਤੁਸੀਂ ਮਨ ਗੁਰੂ ਨੂੰ ਅਰਪਣ ਕਰ ਦਿੱਤਾ, ਤਨ ਅਰਪਣ ਕਰ ਦਿੱਤਾ, ਭਾਵ ਉਹ ਮਨ ਕਰਕੇ ਤਨ ਕਰਕੇ ਸੁਚੇਤ ਹੋ ਕੇ ਆਪਣਾ ਜੀਵਨ ਜਿਹੜਾ ਹੈ ਉਹ ਬਤੀਤ ਕਰਦਾ ਹੈ। ਸੁਚੇਤ ਹੋ ਜਾਣਾ, ਮਾਇਆ ਦੇ ਹੱਲਿਆਂ ਤੋਂ ਸੁਚੇਤ ਹੋ ਜਾਣਾ, ਵਿਕਾਰਾਂ ਦੇ ਹੱਲਿਆਂ ਤੋਂ ਸੁਚੇਤ ਹੋ ਜਾਣਾ। ਕਿਉਂ? ਕਿਉਂਕਿ ਇਹਨਾਂ ਨੇ ਆਪਣਾ ਕੰਮ ਕਰਨਾ ਹੀ ਕਰਨਾ ਹੈ। ਚੇਤੇ ਰੱਖਿਓ, ਜਿਹੜੇ ਵਿਕਾਰ ਨੇ ਨਾ, ਮਾਇਆ ਦਾ ਮੋਹ ਹੈ ਜਾਂ ਹੋਰ ਜਿੰਨੇ ਵੀ ਸੰਸਾਰ ਵਿੱਚ ਵਿਕਾਰ ਨੇ, ਇਹ ਖਤਮ ਕੋਈ ਨਹੀਂ ਜੇ ਹੋਣੇ। ਇਹਨਾਂ ਤੁਸੀਂ ਆਪਣਾ ਆਪ ਬਚਾਉਣਾ ਹੈ। ਆਪਣਾ ਆਪ ਬਚਾਇਆ ਕਿਵੇਂ ਜਾ ਸਕਦਾ? ਸੁਚੇਤ ਹੋ ਕੇ, ਸਾਵਧਾਨ ਹੋ ਕੇ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ।
ਤੁਸੀਂ ਸਾਰੇ ਆਪਣੇ ਘਰਾਂ ਤੋਂ ਨਿਕਲਦੇ ਹੋ, ਗੱਡੀ ਲੈ ਕੇ ਰੋਡ ਤੇ ਪਾਉਂਦੇ ਹੋ, ਤੇ ਰੋਡ ਤੇ ਕਿੰਨਾ ਟ੍ਰੈਫਿਕ ਹੁੰਦਾ ਹੈ, ਕਿੰਨੀ ਭੀੜ ਹੁੰਦੀ ਹੈ, ਕਦੀ ਕਿੱਧਰ ਕਦੀ ਕਿੱਧਰ, ਕਦੀ ਕਿਹੜਾ ਇੰਡੀਕੇਟਰ ਦੇ ਕੇ ਖੱਬੇ ਸੱਜੇ ਆਪਣੀ ਗੱਡੀ ਨੂੰ ਪਿਆਰ ਦੇ ਨਾਲ ਬੜੇ ਸੁਚੇਤ ਹੋ ਕੇ ਆਪਣੀ ਮੰਜ਼ਿਲ ਤੇ ਪਹੁੰਚ ਜਾਂਦੇ ਹੋ ਨਾ। ਇਸੇ ਤਰ੍ਹਾਂ ਜੇ ਅਸੀਂ ਵੀ ਆਪਣੀ ਮੰਜ਼ਿਲ ਤੇ ਪਹੁੰਚਣਾ, ਇਹ ਨਾ ਕਿਤੇ ਹੋਵੇ ਕਿਸੇ ਵਿਕਾਰ ਨਾਲ ਸਾਡਾ ਐਕਸੀਡੈਂਟ ਹੋ ਜਾਏ, ਇਹ ਖਿਆਲ ਰੱਖਣਾ। ਕਿਤੇ ਮਾਇਆ ਦੇ ਮੋਹ ਨਾਲ ਸਾਡਾ ਕਿਤੇ ਟਕਰਾਅ ਨਾ ਹੋ ਜਾਏ। ਬਸ ਸਤਿਗੁਰੂ ਇਹੀ ਬਖਸ਼ਿਸ਼ ਕਰਦੇ ਨੇ, ਜਿਹੜਾ ਆਪਣਾ ਮਨ ਆਪਣਾ ਤਨ ਆਪਣੇ ਮਾਲਕ ਦੇ ਅੱਗੇ ਅਰਪਣ ਕਰ ਦਿੰਦਾ ਹੈ, ਭੇਟਾ ਕਰ ਦਿੰਦਾ ਏ, ਸਤਿਗੁਰੂ ਗੁਰਦੇਵ ਪਿਤਾ ਜੀ ਉਹਨੂੰ ਸੁਚੇਤਪਨਾ ਬਖਸ਼ਿਸ਼ ਕਰ ਦਿੰਦੇ ਨੇ। ਉਹ ਸੁਚੇਤ ਹੋ ਕੇ ਆਪਣਾ ਜੀਵਨ, ਬਾਕੀ ਜੀਵਨ ਤੇ ਸਾਰੇ ਬਤੀਤ ਕਰਦੇ ਨੇ, ਪਰ ਉਹਦੇ ਜੀਵਨ ਜਿਉਣ ਵਿੱਚ ਤੇ ਬਾਕੀਆਂ ਦੇ ਜੀਵਨ ਜਿਉਣ ਵਿੱਚ ਫਿਰ ਦਿਨ ਰਾਤ ਦਾ ਫਰਕ ਹੋ ਜਾਂਦਾ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋਂ ਨਿੱਕੀ, ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸ਼ ਨਾ ਸਮਾਣੀ, ਕਹੈ ਨਾਨਕ ਚਾਲ ਭਗਤਾਂ ਜੁਗੋਂ ਜੁਗ ਨਿਰਾਲੀ। ਭਗਤਾਂ ਦੀ ਚਾਲ, ਰਹਿੰਦੇ ਉਹ ਵੀ ਸੰਸਾਰ ਵਿੱਚ ਨੇ, ਰਹਿੰਦੇ ਉਹ ਵੀ ਸਮਾਜ ਵਿੱਚ ਨੇ, ਰਹਿੰਦੇ ਉਹ ਵੀ ਪਰਿਵਾਰ ਵਿੱਚ ਨੇ, ਰਹਿੰਦੇ ਉਹ ਵੀ ਮਾਇਆ ਵਿੱਚ ਨੇ, ਪਰ ਮਾਇਆ ਦੀ ਪਾਹ ਤੋਂ ਬਚੇ ਰਹਿੰਦੇ ਨੇ। ਕੱਲ ਆਪਾਂ ਜਿਹੜੇ ਸ਼ਬਦ ਸਰਵ ਚਰਨ ਕਮਲ ਜਪ ਬੋਹਿਤ ਚਰੀਐ, ਪਰਮਾਤਮਾ ਦੇ ਨਾਮ ਨੂੰ ਕਮਲ ਕਿਉਂ ਕਿਹਾ ਗਿਆ ਹੈ? ਸਤਿਗੁਰਾਂ ਦੇ ਚਰਨਾਂ ਨੂੰ ਕਮਲ ਕਿਉਂ ਕਿਹਾ ਗਿਆ ਹੈ? ਕਮਲ ਵਿੱਚ ਇਹ ਵਡਿਆਈ ਹੈ, ਕਮਲ ਦੀ ਇਹ ਖੂਬੀ ਹੈ। ਗੁਰਬਾਣੀ ਵਿੱਚ ਵੀ ਸਤਿਗੁਰਾਂ ਨੇ ਸਾਨੂੰ ਜੀਵਨ ਜੁਗਤ ਸਮਝਾਈ ਨਾ, ਜਿਉਂ ਕਮਲ ਰਹੇ ਵਿੱਚ ਪਾਣੀ ਹੈ। ਜੇ ਕਮਲ ਪਾਣੀ ਵਿੱਚ ਚਿੱਕੜ ਵਿੱਚ ਰਹਿੰਦਾ ਹੋਇਆ ਇਸ ਤੋਂ ਨਿਰਲੇਪ ਰਹਿੰਦਾ, ਅਸੀਂ ਵੀ ਉਹ ਜੁਗਤ ਅਪਣਾਉਣੀ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਿੱਧਾਂ ਨੂੰ ਵੀ ਇਹੀ ਕਿਹਾ ਸੀ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਜਿਵੇਂ ਮੁਰਗਾਬੀ ਇੱਕ ਪੰਛੀ ਹੈ, ਪਾਣੀ ਵਿੱਚ ਹੀ ਰਹਿੰਦਾ ਹੈ, ਉਡਾਰੀਆਂ ਵੀ ਮਾਰੀ ਜਾਂਦਾ ਹੈ, ਖੰਭ ਗਿੱਲੇ ਨਹੀਂ ਹੁੰਦੇ। ਕਮਲ ਦਾ ਫੁੱਲ ਵੀ ਇਸੇ ਤਰ੍ਹਾਂ ਕਰਦਾ, ਉਹ ਚਿੱਕੜ ਤੋਂ ਨਿਰਲੇਪ ਰਹਿੰਦਾ ਹੈ। ਤੇ ਜਿਹੜਾ ਪ੍ਰਮਾਤਮਾ ਨਾਲ ਜੁੜ ਜਾਂਦਾ ਹੈ, ਗੁਰੂ ਨਾਲ ਜੁੜ ਜਾਂਦਾ ਹੈ। ਗੁਰੂ ਕੇ ਪਿਆਰ ਵਾਲਿਓ, ਜੇ ਗੁਰੂ ਪਰਮੇਸ਼ਰ ਆਪ ਇਹਨਾਂ ਚੀਜ਼ਾਂ ਤੋਂ ਨਿਰਲੇਪ ਨੇ, ਤੇ ਫਿਰ ਜਿਹੜਾ ਉਹਨਾਂ ਨਾਲ ਜੁੜ ਜਾਂਦਾ ਹੈ, ਉਹ ਗੁਣ ਵੀ ਤੇ ਉਹਦੇ ਵਿੱਚ ਆ ਜਾਂਦੇ ਨੇ ਨਾ। ਫਿਰ ਉਹ ਰਹਿੰਦਾ ਮਾਇਆ ਵਿੱਚ। ਮੈਂ ਪਹਿਲਾਂ ਬੇਨਤੀ ਕੀਤੀ, ਲੋਕਾਂ ਦੇ ਭਾਣੇ ਵੇਖਣਗੇ, ਲੋਕੀ ਆਖਣਗੇ ਤੇ ਮਾਇਆ 'ਚ ਹੀ ਖਤਚ ਹੋਇਆ ਫਿਰਦਾ ਹੈ, ਪਰ ਨਹੀਂ, ਅੰਦਰੋਂ ਜੁੜਿਆ ਹੋਇਆ ਪਰਮੇਸ਼ਰ ਦੇ ਨਾਲ, ਉਹ ਦਾਤਾਂ ਦੇਣ ਵਾਲੇ ਨਾਲ ਜੁੜਿਆ ਹੋਇਆ, ਉਹਦਾ ਸ਼ੁਕਰਾਨਾ ਕਰਦਾ ਹੈ। ਇਸ ਤਰ੍ਹਾਂ ਉਹ ਆਪਣਾ ਜੀਵਨ ਸੁਚੇਤ ਹੋ ਕੇ ਬਤੀਤ ਕਰਦਾ ਹੈ। ਮਾਇਆ ਦੇ ਪ੍ਰਭਾਵ ਤੋਂ ਗੁਰੂ ਕੇ ਪਿਆਰ ਵਾਲਿਓ ਅਸੀਂ ਕਿਵੇਂ ਬਚ ਸਕਦੇ ਹਾਂ? ਸੁਚੇਤ ਹੋਣਾ ਮਤਲਬ ਮਾਇਆ ਦੇ ਵਿਕਾਰਾਂ ਤੋਂ, ਪ੍ਰਭਾਵ ਤੋਂ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੇ ਕਵਿਤ ਦੇ ਅੰਦਰ ਬੜੀਆਂ ਸੁੰਦਰ ਉਦਾਹਰਨਾਂ ਦਿੰਦੇ ਨੇ। ਕਹਿੰਦੇ ਨੇ ਜਿਵੇਂ ਸੋਨਾ ਹੈ ਨਾ, ਸੋਨੇ ਨੂੰ ਕਿਤੇ ਪਾਰਾ ਛੁਆ ਦਿਓ ਤੇ ਸੋਨੇ ਦੀ ਚਮਕ ਜਿਹੜੀ ਹੈ ਉਹ ਚਮਕ ਰਹਿੰਦੀ ਨਹੀਂ। ਫਿਰ ਸੋਨੇ ਨਾਲ ਪਾਰਾ ਛੂ ਜਾਏ ਨਾ ਤੇ ਸੋਨੇ ਦਾ ਰੰਗ, ਉਹਦੀ ਚਮਕ ਖਰਾਬ ਹੋ ਜਾਂਦੀ ਹੈ। ਪਰ ਚਲੋ ਜੇ ਭੁਲੇਖੇ ਵਿੱਚ ਕਿਤੇ ਛੂ ਵੀ ਗਈ ਹੈ, ਹੁਣ ਉਹਦੀ ਚਮਕ ਵਾਪਸ ਕਿਵੇਂ ਲਿਆਂਦੀ ਜਾਵੇ? ਭਾਈ ਸਾਹਿਬ ਕਹਿੰਦੇ ਜੇ ਚਮਕ ਵਾਪਸ ਲਿਆਉਣੀ ਹੈ ਨਾ, ਤੇ ਫਿਰ ਕੀ ਕਰੋ? ਸੋਨੇ ਨੂੰ ਕੁਠਾਲੀ ਵਿੱਚ ਪਾ ਕੇ ਅੱਗ ਤੇ ਰੱਖ ਦਿਓ। ਅੱਗ ਤੇ ਰੱਖ ਦੇਵੋਗੇ, ਉਹ ਜਿਹੜਾ ਪਾਰੇ ਵਾਲਾ ਪ੍ਰਭਾਵ ਸੀ ਉਹ ਸੜ ਬਲ ਜਾਏਗਾ, ਸੋਨੇ ਦਾ ਕੁਝ ਨਹੀਂ ਵਿਗੜੇਗਾ। ਹਾਂ, ਸੋਨੇ ਦੀ ਚਮਕ 'ਚ ਵਾਧਾ ਹੋ ਜਾਏਗਾ। ਦੂਜੀ ਮਿਸਾਲ ਦਿੱਤੀ, ਆ ਛੋਟੇ ਛੋਟੇ ਬੱਚੇ ਜਿਹੜੇ ਨੇ, ਵੇਖੋ ਮਲ ਮੂਤਰ ਨਾਲ ਕਿਵੇਂ ਕੱਪੜੇ ਗੰਦੇ ਕਰ ਦਿੰਦੇ ਨੇ, ਪਰ ਉਹਨਾਂ ਕੱਪੜਿਆਂ ਨੂੰ ਕੋਈ ਸੁੱਟ ਥੋੜਾ ਦੇਈਦਾ ਹੈ। ਧੋ ਕੇ ਸਾਬਣ ਨਾਲ, ਪਾਣੀ ਨਾਲ ਫਿਰ ਆਪਾਂ ਉਹਨਾਂ ਦੀ ਵਰਤੋਂ ਕਰ ਦਿੰਦੇ ਹਾਂ, ਫਿਰ ਉਹ ਸਾਫ਼ ਹੋ ਜਾਂਦੇ ਨੇ। ਸੱਪ ਜੇ ਕਿਤੇ ਮਨੁੱਖ ਨੂੰ ਡੰਗ ਮਾਰ ਜਾਏ ਤੇ ਉਹ ਸੱਪ ਦਾ ਜ਼ਹਿਰ ਸਾਰੇ ਸਰੀਰ ਵਿੱਚ ਫੈਲ ਜਾਂਦਾ ਏ, ਪਰ ਜਿਨ੍ਹਾਂ ਦੇ ਕੋਲ ਗਾਰੜੂ ਮੰਤਰ ਹੁੰਦਾ ਹੈ ਨਾ, ਉਹ ਬਚ ਜਾਂਦੇ ਨੇ। ਤੇ ਮਾਇਆ ਨੂੰ ਗੁਰਬਾਣੀ ਨੇ ਨਗ ਨਹੀਂ ਆਖਿਆ ਨਾ, ਡੰਗ ਤੇ ਇਹ ਵੀ ਮਾਰਦੀ ਹੈ, ਪਰ ਜਿਨ੍ਹਾਂ ਗੁਰਸਿੱਖਾਂ ਦੇ ਕੋਲ
गाड़ू मंत्र की है? गुरु का शब्द, गुरु की बाणी, परमात्मा का नाम। जिन्हां कोल ये हुंदा है ना, उन्हां उत्ते ये माया नागनी का जहर प्रभाव नहीं पा सकता। ये माया मन जिहड़ा सुता पिया, मन सोया, माया बिस्माद। इस ग्रह में कोई जागत रखे, साबत वस्त ओ अपनी लखे। जिहड़ा जाग के जीवन बतीत करेगा, सुचेत होके अपना जीवन बतीत करेगा, साबत वस्तु ओ परमात्मा दी नाम दी दात प्राप्त कर लवेगा। ते भाई गुरदास जी ने अपनी कविता विच बयान किया, आखन लगे, जैसे तो कंचन पारो परसत सोख लेत, अग्न में डारे पुन पारो उड़ जात है। जैसे मल मूत्र लग अंबर मलीन होत, साबुन सलल मिल निर्मल गात है। जैसे एह ग्रसे बिख व्यापत सगल अंग, मंत्र कै बिखै विकार सब सुबिलात है। तैसे माया मोह कै विमोहत मगन मन, गुर उपदेश माया मूल मुरझात है। सतगुरु के उपदेश विच इन्नी ताकत है, इन्नी समर्था है। जे कोई ईमानदारी नाल गुरु के शब्द की कमाई करेगा ना, सिमर 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 गुर अपना, सोया मन जागाई। सतगुरु नूं सिमरना की है? जपियो जिन अर्जन देव गुरु की है? गुरु के प्याल वाले, गुरु के बाणी नूं पढ़ना, गुरमत अनुसार जीवन जिउना, यही ते गुरु का जाप है। यही गुरु नूं जपना है ना। जन्म जन्म दा ओ सोया जाग पैंदा है। जन्मां जन्मां दी पिछे पड़िया सी मैल लगी धोती है ते सौण जागण दी गल आई है। ते भगत कबीर जी ने अपने श्लोकां विच, कबीर सूता क्या करें, बैठा रहो अर जाग, जाके संगते बिछुरा ताही कै संग लाग। कि एवें गाफलता दी नींद में सुता परिया, सुचेत होके जीवन बतीत कर, जिसका सा सोई प्रतिपालक। फिर जदों सुचेत हो गया ना, इनू समझ आ गई। की समझ आई? मैं जिसदा, जिसने मैनू पैदा किया है, मैं जिसदा हाँ, मेरी प्रतिपालना करने वाला भी ओही है। जिसका सा सोई प्रतिपालक, हत त्यागी हऊँ मैं हंत ना। हत का अर्थ है हत्या करनी, किसी नू मार देना। तत्ते नू सिहारी लगी हुई है, हत के ओनू मार के त्याग दिती, मार के छड्ड दिती। कि हऊँ मैं हंत ना। ये जिहड़ी हऊँ मैं हंत ना दा अर्थ है आत्मक मौते मारन वाली। ये जिहड़ी हऊँ मैं ना, इनू मार के छड्ड दिता। पर छड्डिया तां ना, हौमे एवें थोड़ा मरदी है गुरु के प्यार वाले। हौमे ते तां ही मरदी है ना, हौमे खोट तां ही विचों दूर हुंदी है ना, जदों आपां गुरु की संगत आके बैठते हैं। ये संगत कुठाली का काम करदी जे, जिवें सोना कुठाली च पा के अग ते धरीदा है ना, ते दा खोट खत्म। इसे तरह ही जेड़े गुरु के प्यारे मन तन करके गुरु संगत विच आके जुड़ बैठते ने ना, ते इस गुरु दे शब्द दा सेक जदों उन्हां नूं लगदा है, ते उन्हां दे अंदरों खोट जिहड़ा है वो दूर हुंदा है। इहनूं आपां कई ब्रह्म अगन भी कहंदे ने। एक ते दूजी अगन है ना, ब्रह्म अगन मनुख दे अंदर प्रवेश कर जाए, ਉਹਦੇ ਵਿੱਚ ਹੰਕਾਰ नहीं रहिंदा, हौमे नहीं रहिंदी, वो कदी विच भी मैं मेरी दी गल नहीं करता। हम किया हम करेंगे, हम मूर्ख गवार वाली गल ये भुल जाती है, क्योंकि उन्हें आत्मक मौत लियाउण वाली ये जिहड़ी हौमे वे इनू मार के इहदा त्याग कर दिता है। जल थल पूरन अंतर जामी, घट घट रविया अछल सुआमी, भरम भीत खोई गुरपुरै, एक रविया सरबंगना। प्रोफैसर साहब सिंह ने इस जो पदे के अर्थ किए ना, तो पिछली पंक्ति तो लैके भरम भीत खोई गुरपुरै, पूरे गुरु ने जिस दे अंदरों ये भरम की कंध जिहड़ी है ना वो ढा दिती। भरम भीत का अर्थ है भरम की कंध। ये साडे ते परमात्मा विच कोई बहुती आपां कहिए दूरी है, बहुती दूरी नहीं, पर है भी है वो दूरी है। पड़दा केवल हौमे की कंध, भरम की कंध है। जिवें किसी मकान की छत के थले पति पत्नी रहिंदे होण, पर अनबन हो जाए उन्हां दी आपस विच, रहिंदे इक्को छत थले ने पर आपस बोल चाल बंद हो गया,
ਕਹਿਣ ਨੂੰ ਪਤੀ ਪਤਨੀ ਨੇ। ਇਸੇ ਤਰ੍ਹਾਂ ਹੀ ਨਾ ਪਰਮਾਤਮਾ ਪਤੀ ਤੇ ਜੀਵ ਰੂਪੀ ਇਸਤਰੀ ਰਹਿੰਦੇ ਇੱਕੋ ਥਾਂ ਤੇ ਹੀ ਨੇ। ਧਨ ਪਿਰ ਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ। ਇੱਥੇ ਭਰਮ ਗਿਆ, ਉੱਤੇ ਹਉਮੈ ਭੀਤ ਗਿਆ। ਕਰਾਰੀ ਮੈਨੇ ਬੜੀ ਮਜ਼ਬੂਤ ਕੰਧ ਹੈ, ਪਰ ਗੁਰ ਪੂਰੈ ਹਉਮੈ ਭੀਤ ਤੋਰੀ, ਜਨ ਨਾਨਕ ਮਿਲੇ ਬਨਵਾਰੀ। ਜਦੋਂ ਪੂਰੇ ਗੁਰੂ ਨੇ ਇਹ ਕੰਧ ਤੋੜ ਦਿੱਤੀ ਨਾ, ਤੇ ਬਸ ਸਾਹਮਣੇ ਤੇ ਬੈਠਾ ਪ੍ਰਮਾਤਮਾ ਉਹਦੇ ਦੀਦਾਰ ਹੋ ਗਏ। ਔਰ ਕੋਈ ਦੂਰ ਥੋੜਾ ਸੀ, ਉਹ ਨੇੜੇ ਨਾਹੀ ਦੂਰ, ਨਿਜ ਆਤਮੇ ਰਿਹਾ ਭਰਪੂਰ। ਜਦੋਂ ਪੂਰੇ ਗੁਰੂ ਨੇ ਇਹ ਭਰਮ ਭੁਲੇਖੇ ਦੀ ਕੰਧ ਢਾ ਦਿੱਤੀ ਨਾ, ਤੇ ਉਹ ਪਰਮਾਤਮਾ ਏਕ ਰਵਿਆ ਸਰਬੰਗਨਾ, ਉਹ ਜਿਹੜਾ ਸਾਰੇ ਥਾਵਾਂ ਤੇ ਜਲ ਵਿੱਚ ਵੀ ਉਹੀ ਹੈ, ਥਲ ਵਿੱਚ ਵੀ ਉਹੀ ਹੈ, ਪੂਰਨ ਤੌਰ ਤੇ ਸਭ ਦੀਆਂ ਜਾਣਨ ਵਾਲਾ ਅੰਤਰਜਾਮੀ ਵੀ ਉਹੀ ਹੈ। ਚੇਤੇ ਰੱਖਿਓ, ਇਹ ਨਹੀਂ ਜਲ ਵਿੱਚ ਕੋਈ ਵਰਨ ਦੇਵਤਾ ਰਹਿੰਦਾ ਹੈ, ਲਿਆਓ ਜੀ ਉਹਨੂੰ ਜਾ ਕੇ ਆਪਾਂ ਪ੍ਰਸ਼ਾਦ ਦਈਏ ਨਾ। ਗੁਰਮਤਿ ਇੱਕੋ ਹੀ ਜਲ ਵਿੱਚ ਵੀ ਹੋਗੀ ਹੈ। ਜਲ ਥਲ ਮਈਲ ਰਹਿਆ ਭਰਪੂਰ, ਨਿਕਟ ਵਸੈ ਨਾਹੀ ਪ੍ਰਭ ਦੂਰ। ਜਲ ਥਲ ਮਈਲ ਪੂਰਿਆ ਸੁਆਮੀ ਸਿਰਜਨਹਾਰ, ਸਾਰਿਆਂ ਥਾਵਾਂ ਤੇ ਉਹੀ ਹੈ। ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ, ਤੂੰ ਜਲ ਥਲ ਮਈਲ ਭਰਪੂਰ ਲੀਨਾ, ਤੂੰ ਆਪੇ ਸਰਬ ਸਮਾਣਾ। ਘਟ ਘਟ ਰਵਿਆ ਸਾਰੇ ਥਾਵਾਂ ਤੇ ਸਭ ਸ੍ਰੀਆਂ ਚ ਰਵਿਆ ਹੋਇਆ। ਕਿਹੜਾ? ਅਛਲ, ਜਿਹਨੂੰ ਛਲਿਆ ਨਾ ਜਾ ਸਕੇ ਉਹ ਸੁਆਮੀ। ਫਿਰ ਸਾਰਿਆਂ ਸਰੀਰਾਂ ਵਿੱਚ ਏਕ ਰਵਿਆ, ਉਹ ਇੱਕੋ ਹੀ ਰਵਿਆ ਹੋਇਆ ਦਿਸਦਾ ਹੈ। ਫਿਰ ਉਸੇ ਨੂੰ ਸਿਮਰ ਸਿਮਰ ਕੇ ਅਛਲ ਅਛੇਦ ਅਪਾਰ ਪ੍ਰਭ, ਊਚਾ ਜਾਕਾ ਰੂਪ, ਜਪ ਜਪ ਕਰੇ ਆਨੰਦ ਜਨ, ਅਚਰਜ ਅਨੂਪ। ਸਤਿਗੁਰ ਕਿਰਪਾ ਕਰ ਦੇਣ, ਸਾਡੇ ਅੰਦਰੋਂ ਵੀ ਜਿਹੜੀ ਭਰਮ ਦੀ ਕੰਧ ਹੈ, ਹਉਮੈ ਦੀ ਕੰਧ ਹੈ, ਇਹਨੂੰ ਕਿਤੇ ਦੂਰ ਕਰ ਦੇਣ, ਤਾਂ ਅਸੀਂ ਵੀ ਆਪਣਾ ਮਨ ਤਨ ਗੁਰੂ ਨੂੰ ਭੇਟ ਕਰਕੇ ਉਸ ਪਰਮਾਤਮਾ ਨੂੰ ਸਰਬਵਿਆਪੀ ਜਾਣਦਿਆਂ ਹੋਇਆ ਉਹਦਾ ਸਿਮਰਨ ਕਰੀਏ, ਸਭ ਨਾਲ ਪਿਆਰ ਕਰੀਏ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਲਈ ਦਸ ਰਾਖੀਮਾਂ ਦਾ ਜਾਚਕ ਹੈ। ਗੁਰਮਤਿ ਅਨੁਸਾਰ ਕਹੇ ਬਚਨ ਸਾਡੇ ਹਿਰਦੇ ਵਿੱਚ ਵਸ ਜਾਣ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।